नैक्सट है बेटा रिएक्शंस इन सॉल्यूशंस। सॉल्यूशन किनू कहने आपां बेटे? A solution is defined as a homogeneous mixture of two or more chemically non-reacting substances ਜਿਹੜੀਆਂ ਵੀ ਦੋ ਜਾਂ ਦੋ ਤੋਂ ਜ਼ਿਆਦਾ ਕੈਮੀਕਲੀ ਨਾਨ ਰਿਐਕਟਿਵ ਮਤਲਬ ਆਪਸ 'ਚ ਰਿਐਕਟ ਨਾ ਕਰਨ ਸਬਸਟੈਂਸਿਸ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਉਹਨਾਂ ਦੇ ਹੋਮੋਜੀਨੀਅਸ ਮਿਕਸਚਰ ਨੂੰ ਆਪਾਂ ਕੀ ਕਹਿੰਦੇ ਆ? ਸੋਲਿਊਸ਼ਨ। ਠੀਕ ਹੈ, ਆਪਾਂ ਹੁਣ ਤੱਕ ਰਿਐਕਸ਼ਨਸ ਪੜ੍ਹੇ ਆ, ਉਹਨਾਂ ਦੀ ਅਮਾਊਂਟਸ ਆਪਾਂ ਦੇਖੀਆਂ ਵੀ ਕਿੰਨੀ ਕੋਈ ਅਮਾਊਂਟ ਦੇ ਰਿਐਕਟੈਂਟ ਹੈ ਆਪਸ 'ਚ ਰਿਐਕਟ ਕਰਕੇ ਕਿੰਨੀ ਅਮਾਊਂਟ ਪ੍ਰੋਡਕਟ ਦੀ ਬਣਾ ਰਹੇ ਆ। ਪਰ ਜਿਹੜੇ ਸੋਲਿਊਸ਼ਨ ਹੋਣਗੇ, ਜਿਹੜੇ ਨਾਨ ਰਿਐਕਟਿੰਗ ਸਬਸਟੈਂਸਿਸ ਦੇ ਹੋਣਗੇ, ਉਹਨਾਂ ਦੀ ਅਮਾਊਂਟ ਕਿ ਕਿਸੇ ਚੀਜ਼ ਦੇ ਵਿੱਚ ਕਿਸੇ ਦੂਜੀ ਚੀਜ਼ ਦੀ ਕਿੰਨੀ ਅਮਾਊਂਟ ਪ੍ਰੈਜ਼ੈਂਟ ਹੈ ਉਹਨੂੰ ਮੈਜ਼ਰ ਕਰਨਾ ਜਿਹੜਾ ਉਹ ਜ਼ਰੂਰੀ ਹੈ, ਕਿਉਂਕਿ ਬੇਟੇ ਮੇਜੋਰਿਟੀ ਆਫ ਦ ਰਿਐਕਸ਼ਨਸ ਇਨ ਦ ਲੈਬੋਰੇਟਰੀਜ਼ ਆਰ ਕੈਰੀਡ ਆਊਟ ਇਨ ਸੋਲਿਊਸ਼ਨਸ। ਬਹੁਤ ਸਾਰੇ ਜਿਹੜੇ ਰਿਐਕਸ਼ਨ ਜਿਹੜੇ ਲੈਬੋਰਟਰੀ ਦੇ ਵਿੱਚ ਰਿਐਕਸ਼ਨਸ ਹੁੰਦੇ ਆ ਉਹ ਸੋਲਿਊਸ਼ਨ ਦੀ ਫਾਰਮ ਦੇ ਵਿੱਚ ਹੁੰਦੇ ਆ। ਹੁਣ ਸੋਲਿਊਸ਼ਨ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਪ੍ਰੈਜ਼ੈਂਟ ਹੈ ਉਹਨਾਂ ਨੂੰ ਮੈਜ਼ਰ ਕਰਨਾ ਜ਼ਰੂਰੀ ਹੈ। ਸੋ ਇਟ ਇਜ਼ ਇੰਪੋਰਟੈਂਟ ਟੂ ਅੰਡਰਸਟੈਂਡ ਹਾਊ ਦ ਅਮਾਊਂਟ ਆਫ ਸਬਸਟੈਂਸ ਪ੍ਰੈਜ਼ੈਂਟ ਇਨ ਦ ਸੋਲਿਊਸ਼ਨ ਇਜ਼ ਐਕਸਪ੍ਰੈਸਡ, ਕਿ ਸੋਲਿਊਸ਼ਨ ਦੇ ਵਿੱਚ ਕਿਹੜੀ ਅਮਾਊਂਟ ਕਿਸੇ ਚੀਜ਼ ਦੀ ਪ੍ਰੈਜ਼ੈਂਟ ਹੈ, ਕਿੰਨੀ ਅਮਾਊਂਟ ਪ੍ਰੈਜ਼ੈਂਟ ਹੈ, ਉਹਨੂੰ ਐਕਸਪ੍ਰੈਸ ਕਰਨਾ ਜ਼ਰੂਰੀ ਹੈ। ਹੁਣ ਜੇ ਕੋਈ ਸੋਲਿਊਸ਼ਨ ਦੋ ਕੰਪੋਨੈਂਟਸ 'ਤੇ ਮਿਲ ਕੇ ਬਣਿਆ ਹੋਇਆ ਹੈ ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ? ਬਾਈਨਰੀ ਸੋਲਿਊਸ਼ਨ। ਸੋਲਿਊਸ਼ਨ ਕੰਸਿਸਟ ਆਫ ਟੂ ਕੰਪੋਨੈਂਟਸ, ਜੇ ਸਿਰਫ ਦੋ ਹੀ ਕੰਪੋਨੈਂਟ ਹੋਣ ਉਹਨੂੰ ਆਪਾਂ ਕਹਿੰਦੇ ਹਾਂ ਬਾਈਨਰੀ ਸੋਲਿਊਸ਼ਨ। ਜਿਵੇਂ ਸ਼ੂਗਰ ਇਜ਼ ਡਿਜ਼ੋਲਵਡ ਇਨ ਵਾਟਰ, ਜਿਵੇਂ ਸ਼ੂਗਰ ਇਜ਼ ਡਿਜ਼ੋਲਵਡ ਇਨ ਵਾਟਰ, ਉਹ ਕੀ ਹੈ? ਇੱਕ ਬਾਈਨਰੀ ਸੋਲਿਊਸ਼ਨ, ਮਤਲਬ ਦੋ ਹੀ ਕੰਪੋਨੈਂਟ, ਇੱਕ ਸ਼ੂਗਰ ਹੈ ਇੱਕ ਵਾਟਰ ਹੈ। ਦ ਕੰਪੋਨੈਂਟ ਪ੍ਰੈਜ਼ੈਂਟ ਇਨ ਸਮਾਲ ਅਮਾਊਂਟ ਇਜ਼ ਕਾਲਡ ਸੋਲਿਊਟ, ਜਿਹੜਾ ਘੱਟ ਅਮਾਊਂਟ ਦੇ ਵਿੱਚ ਪ੍ਰੈਜ਼ੈਂਟ ਹੋਏਗਾ ਉਹਨੂੰ ਸੋਲਿਊਟ ਕਹਿੰਦੇ ਆ। ਐਂਡ ਦ ਅਦਰ ਕੰਪੋਨੈਂਟ ਪ੍ਰੈਜ਼ੈਂਟ ਇਨ ਲਾਰਜ ਅਮਾਊਂਟ ਇਜ਼ ਕਾਲਡ ਸੋਲਵੈਂਟ, ਤੇ ਜਿਹੜਾ ਦੂਜਾ ਜਿਹੜਾ ਕੰਪੋਨੈਂਟ ਹੈ ਜਿਹੜਾ ਜ਼ਿਆਦਾ ਅਮਾਊਂਟ ਦੇ ਵਿੱਚ ਪ੍ਰੈਜ਼ੈਂਟ ਹੋਏਗਾ ਉਹਨੂੰ ਆਪਾਂ ਕੀ ਕਹਾਂਗੇ? ਸੋਲਵੈਂਟ। ਤਾਂ ਦੋ ਕੰਪੋਨੈਂਟਸ 'ਤੇ ਮਿਲ ਕੇ ਬਣਦਾ। ਦੂਸਰੀ ਤਰ੍ਹਾਂ ਆਪਾਂ ਜੇ ਅਮਾਊਂਟ ਸਾਨੂੰ ਨਾ ਸਮਝ ਆਵੇ ਵੀ ਜ਼ਿਆਦਾ ਜਾਂ ਘੱਟ ਕਿਹਦੀ ਹੈ ਤਾਂ ਬੇਟੇ ਉਹ ਸੋਲਵੈਂਟ ਅਸੀਂ ਉਹਨੂੰ ਕਹਿੰਦੇ ਆ ਜਿਹੜੀ ਆਪਾਂ ਲੈਂਦੇ ਨਾ ਮੈਟਰ ਹੈ ਜਿਹੜਾ ਕਿਹੜੀਆਂ ਕਿਹੜੀਆਂ ਫਾਰਮਸ ਦੇ ਵਿੱਚ ਐਗਜ਼ਿਸਟ ਕਰਦਾ ਹੈ। ਤਾਂ ਜਿਹੜੀ ਫਿਜ਼ੀਕਲ ਸਟੇਟ ਦੇ ਵਿੱਚ ਸੋਲਵੈਂਟ ਹੋਵੇ ਜਾਂ ਜਿਹੜਾ ਸੋਲਿਊਸ਼ਨ ਬਣ ਜਾਵੇ ਜਿਹੜੀ ਸਟੇਟ ਦੇ ਵਿੱਚ, ਉਹੀ ਸੋਲਵੈਂਟ ਹੋਏਗਾ। ਜਿਵੇਂ ਐਗਜ਼ਾਮਪਲ ਦੱਸਦੀ ਹਾਂ ਫਿਰ ਕਲੀਅਰ ਹੋਏਗਾ ਕਿ ਜਿਵੇਂ ਆਪਾਂ ਕਹਤਾ ਕਿ ਸ਼ੂਗਰ ਨੂੰ ਅਸੀਂ ਪਾਣੀ ਦੇ ਵਿੱਚ ਡਿਸੋਲਵ ਕਰਤਾ, ਸ਼ੂਗਰ ਕੀ ਹੈ ਬੇਟੇ? ਸੋਲਿਡ ਹੈ। ਜਿਹੜਾ ਸੋਲਵੈਂਟ ਹੈ ਉਹਨੂੰ ਆਪਾਂ ਕੀ ਕਹਤਾ? ਜਿਹੜਾ ਵਾਟਰ ਹੈ ਜਿਹੜਾ ਉਹ ਕੀ ਹੈ? ਲਿਕੁਇਡ ਹੈ। ਦੋਨਾਂ ਨੂੰ ਮਿਕਸ ਕਰਤਾ ਤਾਂ ਜਿਹੜਾ ਸੋਲਿਊਸ਼ਨ ਬਣਿਆ ਉਹਦੀ ਫਿਜ਼ੀਕਲ ਸਟੇਟ ਕੀ ਹੈ ਬੇਟੇ? ਲਿਕੁਇਡ। ਠੀਕ ਹੈ, ਤਾਂ ਇਸ ਕਰਕੇ ਜਿਹੜੀ ਸਟੇਟ ਦੇ ਵਿੱਚ ਜਿਹੜਾ ਸੋਲਿਊਸ਼ਨ ਬਣ ਗਿਆ, ਜਿਹੜੀ ਸੋਲਵੈਂਟ ਦੀ ਸਟੇਟ ਹੈ ਉਹ ਉਹੀ ਹੋਏਗੀ ਜਿਹੜੀ ਸੋਲਿਊਸ਼ਨ ਦੀ ਸਟੇਟ ਹੈ। ਠੀਕ ਹੈ, ਤਾਂ ਸੋਲਿਊਸ਼ਨ ਦੀ ਸਟੇਟ ਕੀ ਹੈ? ਲਿਕੁਇਡ। ਤਾਂ ਉਹਨਾਂ ਦੋਨੋਂ ਕੰਪੋਨੈਂਟਸ ਦੇ ਵਿੱਚੋਂ ਲਿਕੁਇਡ ਕੌਣ ਸੀ? ਵਾਟਰ। ਤਾਂ ਇਹਦਾ ਮਤਲਬ ਵਾਟਰ ਕੀ ਹੋ ਗਿਆ? ਸੋਲਵੈਂਟ। ਕਲੀਅਰ ਹੋ ਗਈ ਇਹ ਚੀਜ਼ ਕਿ ਜਿਸ ਸਟੇਟ ਦੇ ਵਿੱਚ ਸੋਲਿਊਸ਼ਨ ਆ ਜਾਂਦਾ ਹੈ ਤਾਂ ਉਸੀ ਸਟੇਟ ਵਾਲਾ ਜਿਹੜਾ ਕੰਪੋਨੈਂਟ ਹੋਏਗਾ ਉਹਨੂੰ ਆਪਾਂ ਕੀ ਕਹਿੰਦੇ ਆ? ਸੋਲਵੈਂਟ। ਠੀਕ ਹੈ, ਇਹ ਤੁਹਾਡੇ ਕੋਲ ਸੋਲਿਊਟ ਤੇ ਸੋਲਵੈਂਟ ਦੋ ਕੰਪੋਨੈਂਟਸ ਆ ਗਏ। ਅੱਗੇ ਕੰਸਨਟ੍ਰੇਸ਼ਨ ਆਫ ਸੋਲਿਊਸ਼ਨ, ਜਿਹੜੀ ਸੋਲਿਊਸ਼ਨ ਦੀ ਕੰਸਨਟ੍ਰੇਸ਼ਨ, ਆਪਾਂ ਕੰਸਨਟ੍ਰੇਸ਼ਨ ਕਿਹਨੂੰ ਕਹਿੰਦੇ ਆ ਬੇਟੇ? ਅਮਾਊਂਟ ਆਫ ਸਬਸਟੈਂਸ ਪ੍ਰੈਜ਼ੈਂਟ ਇਨ ਗਿਵਨ ਅਮਾਊਂਟ ਆਫ ਸੋਲਿਊਸ਼ਨ। ਕਿਸੇ ਗਿਵਨ ਅਮਾਊਂਟ ਦੇ ਵਿੱਚ ਕਿੰਨੀ ਸਬਸਟੈਂਸ ਪ੍ਰੈਜ਼ੈਂਟ ਹੈ ਉਹਨੂੰ ਆਪਾਂ ਕੀ ਕਹਿੰਦੇ ਆ? ਉਹਦੀ ਕੰਸਨਟ੍ਰੇਸ਼ਨ। ਕੰਸਨਟ੍ਰੇਸ਼ਨ ਨੂੰ ਅਸੀਂ ਬਹੁਤ ਸਾਰੇ ਮੈਥਡਸ ਦੇ ਨਾਲ ਮੈਜ਼ਰ ਕਰ ਸਕਦੇ ਹਾਂ। ਬਹੁਤ ਸਾਰੇ ਮੈਥਡ ਹੈ ਸਾਡੇ ਕੋਲੇ ਜਿਨ੍ਹਾਂ ਦੇ ਨਾਲ ਆਪਾਂ ਕੰਸਨਟ੍ਰੇਸ਼ਨ ਨੂੰ ਮੈਜ਼ਰ ਕਰ ਸਕਦੇ ਹਾਂ। ਤੁਹਾਡੇ NCERT ਦੇ ਬੁੱਕ ਦੇ ਵਿੱਚ ਤਾਂ ਬੇਟੇ ਚਾਰ ਹੀ ਮੈਥਡਸ ਹੈ। ਮਾਸ ਪਰਸੈਂਟ ਹੈ, ਉਸ ਤੋਂ ਬਾਅਦ ਮੋਲ ਫ੍ਰੈਕਸ਼ਨ ਹੈ, ਫਿਰ ਹੈ ਮੋਲੈਰਿਟੀ ਹੈ, ਤੇ ਫਿਰ ਮੋਲੈਲਿਟੀ ਹੈ। ਪਰ ਤੁਹਾਡੀਆਂ ਰੈਫਰੈਂਸ ਬੁੱਕਸ ਦੇ ਵਿੱਚ ਹੋਰ ਵੀ ਦਿੱਤੇ ਹੋਏ ਪਰ 2 ਦੇ ਵਿੱਚ ਆਉਣਗੇ ਤੁਹਾਨੂੰ, ਤੇ ਸਾਰੇ ਕੰਪੋਨੈਂਟ ਆਪਾਂ ਇੱਕ ਵਾਰੀ ਇਹਨਾਂ ਸਾਰੇ ਮੈਥਡਸ ਨੂੰ ਆਪਾਂ ਰਿਵਾਈਜ਼ ਕਰਾਂਗੇ। ਸਾਰੇ ਹੀ ਪੜਾਂਗੇ ਆਪਾਂ ਜਿੰਨੇ ਮੈਥਡ ਸਾਡੇ ਕੋਲੇ ਹੈਗੇ ਆ। ਤਾਂ ਪਹਿਲਾ ਜਿਹੜਾ ਮੈਥਡ ਆਪਾਂ ਕਰਾਂਗੇ ਮਾਸ ਪਰਸੈਂਟ, ਇਹ ਤਾਂ ਤੁਹਾਨੂੰ ਵੈਸੇ ਹੀ ਕਲੀਅਰ ਹੋ ਜਾਣਾ। ਪਰਸੈਂਟ ਮਤਲਬ 100 ਪਾਰਟਸ ਲਈ ਕਿਸੇ ਦੇ ਕਿੰਨੇ ਪਾਰਟਸ ਕਿਸੇ ਹੋਰ ਸਬਸਟੈਂਸ ਦੇ ਪ੍ਰੈਜ਼ੈਂਟ ਹੈ। ਜਾਂ ਵੇਟ ਪਰਸੈਂਟ, ਮਾਸ ਜਾਂ ਵੇਟ ਤਾਂ ਆਪਾਂ ਕੀ ਕਿਹਾ ਸੀ? ਮਾਸ ਤੇ ਵੇਟ ਕੀ ਹੈ ਕੈਮਿਸਟਰੀ ਦੇ ਵਿੱਚ? ਸੇਮ ਹੈ। ਇਹਨੂੰ ਲਿਖਦੇ ਹਾਂ ਅਸੀਂ W/W, ਮਤਲਬ ਦੋਨੋਂ ਹੀ ਸੋਲਿਊਟ ਤੇ ਸੋਲਵੈਂਟ ਦੋਨੋਂ ਹੀ ਕੀ ਹੈ? ਮਾਸ ਦੇ ਵਿੱਚ ਲੈਣੇ। W/W% ਇਹਨੂੰ ਕਹਿੰਦੇ ਆਪਾਂ। ਠੀਕ ਹੈ, ਜੇ ਹੁਣ ਆਪਾਂ ਫਾਰਮੂਲਾ ਲਿਖਣਾ ਹੋਵੇ ਬੇਟੇ ਮਾਸ ਪਰਸੈਂਟ ਇਜ਼ ਇਕੁਅਲ ਟੂ ਕੀ ਆਏਗਾ? ਮਾਸ ਆਫ ਦਾ ਸੋਲਿਊਟ ਡਿਵਾਈਡਡ ਬਾਈ ਮਾਸ ਆਫ ਦਾ ਸੋਲਿਊਸ਼ਨ। ਸੋਲਿਊਸ਼ਨ ਦੇ ਵਿੱਚ ਕੀ ਆ ਗਿਆ? ਦੋਨੋਂ ਕੰਪੋਨੈਂਟ ਆ ਗਏ, ਸੋਲਿਊਟ ਵੀ ਆ ਗਿਆ ਤੇ ਸੋਲਵੈਂਟ ਵੀ ਆ ਗਿਆ। ਟੋਟਲ ਜਿਹੜਾ ਮਾਸ ਹੈ ਉਹ ਲੈਣਾ ਨੀਚੇ। ਮਾਸ ਆਫ ਸੋਲਿਊਟ ਡਿਵਾਈਡਡ ਬਾਈ ਮਾਸ ਆਫ ਦਾ ਸੋਲਿਊਸ਼ਨ ਮਲਟੀਪਲਾਈਡ ਬਾਈ 100।
ਇਹ ਕੀ ਆਏਗਾ ਮਾਸ ਪਰਸੈਂਟ। ਜਿਵੇਂ ਆਪਾਂ ਇਹਨੂੰ ਡਿਫਾਈਨ ਕਰਨਾ ਹੋਵੇ ਤਾਂ ਇਟ ਇਜ਼ ਡਿਫਾਈਨਡ ਐਜ਼ ਦ ਅਮਾਊਂਟ ਆਫ ਸੋਲਿਊਟ ਇਨ ਗ੍ਰਾਮਸ, ਠੀਕ ਹੈ, ਅਮਾਊਂਟ ਆਫ ਸੋਲਿਊਟ ਇਨ ਗ੍ਰਾਮਸ ਪ੍ਰੈਜ਼ੈਂਟ ਇਨ 100 ਗ੍ਰਾਮਸ ਆਫ ਸੋਲਿਊਸ਼ਨ। 100 ਗ੍ਰਾਮਸ ਦੇ ਵਿੱਚ ਜਿਵੇਂ ਤੁਹਾਡੀ ਮਾਰਕਸ ਦੀ ਪਰਸੈਂਟੇਜ ਹੈ, ਕਿਵੇਂ ਕੱਢਦੇ ਹੋ, 100 ਚੋਂ ਤੁਹਾਡੇ ਕਿੰਨੇ ਮਾਰਕਸ ਹੈ ਉਹ ਤੁਹਾਡੇ ਪਰਸੈਂਟੇਜ ਆ ਜਾਂਦੀ ਹੈ। ਟੋਟਲ ਮਾਰਕਸ ਜਿੰਨੇ ਮਰਜ਼ੀ ਹੋਣ, ਠੀਕ ਹੈ, ਆ ਟੋਟਲ ਜਿੰਨੇ ਮਰਜ਼ੀ ਹੋਣ, ਪਰ ਜਿਹੜੇ 100 ਚੋਂ ਤੁਸੀਂ ਕੱਢ ਲਏ, 100 ਚੋਂ ਤੁਹਾਡੇ ਕਿੰਨੇ ਪਾਰਟਸ ਹੈ ਉਹ ਕੀ ਆ ਗਈ ਪਰਸੈਂਟੇਜ। ਤਾਂ ਕਿਸੇ ਸੋਲਿਊਟ ਦੇ ਕਿੰਨੇ ਗ੍ਰਾਮਸ 100 ਪਾਰਟਸ ਦੇ ਵਿੱਚੋਂ ਹੈਗੇ ਆ ਉਹਨੂੰ ਅਸੀਂ ਕਹਾਂਗੇ ਮਾਸ ਪਰਸੈਂਟ, ਠੀਕ ਹੈ। ਇਹਦੇ ਵਾਸਤੇ ਆਪਾਂ ਨਿਊਮੈਰੀਕਲ ਕਰਦੇ ਹਾਂ ਨਾਲ। A solution is prepared by adding 2 grams of substance A, ਇਹਦੇ ਅਸੀਂ 2 ਗ੍ਰਾਮ ਐਡ ਕੀਤੇ ਆ to 18 grams of water। ਦੋਨੋਂ ਕੰਪੋਨੈਂਟ ਦੇ ਤੇ ਇੱਕ ਸਬਸਟੈਂਸ A ਹੈ ਤੇ ਉਹਦੇ ਵਿੱਚ ਵਾਟਰ ਦੇ ਵਿੱਚ ਡਿਸੋਲਵ ਕੀਤਾ, ਉਹਦੇ ਕਿੰਨਾ ਲਿਆ 18 ਗ੍ਰਾਮਸ। ਕੈਲਕੂਲੇਟ ਮਾਸ ਪਰਸੈਂਟ ਆਫ ਦਾ ਸੋਲਿਊਟ, ਸੋਲਿਊਟ ਦੀ ਤੁਸੀਂ ਪਰਸੈਂਟੇਜ ਕੱਢਣੀ ਹੈ ਕਿੰਨੀ ਹੋਏਗੀ, ਤਾਂ ਆਪਾਂ ਮਾਸ ਪਰਸੈਂਟੇਜ ਦਾ ਫਾਰਮੂਲਾ ਕੀ ਲਾਉਂਦੇ ਹਾਂ, ਮਾਸ ਆਫ A ਡਿਵਾਈਡਡ ਬਾਈ ਮਾਸ ਆਫ ਦਾ ਸੋਲਿਊਸ਼ਨ ਮਲਟੀਪਲਾਈਡ ਬਾਈ 100। ਤਾਂ ਆਪਾਂ ਕੀ ਲਿਖਾਂਗੇ, ਮਾਸ ਆਫ ਸੋਲਿਊਟ ਕਿੰਨਾ ਹੈ ਬੇਟੇ, ਗਿਵਨ ਮਾਸ ਆਫ ਸੋਲਿਊਟ A ਕਿੰਨਾ ਦਿੱਤਾ ਹੋਇਆ ਤੁਹਾਨੂੰ 2 ਗ੍ਰਾਮਸ, ਮਾਸ ਆਫ ਸੋਲਵੈਂਟ ਕਿੰਨਾ ਦਿੱਤਾ ਹੋਇਆ ਬੇਟੇ 18 ਗ੍ਰਾਮਸ। ਹੁਣ ਸਾਨੂੰ ਕੀ ਚਾਹੀਦਾ ਹੈ, ਮਾਸ ਆਫ ਸੋਲਿਊਸ਼ਨ। ਤਾਂ ਆਪਾਂ ਕੀ ਕਰਾਂਗੇ, ਦੋਨਾਂ ਦੇ ਮਾਸਿਸ ਨੂੰ ਜੋੜ ਦਾਂਗੇ, ਤਾਂ ਕੀ ਬਣ ਗਿਆ ਮਾਸ ਆਫ ਸੋਲਿਊਸ਼ਨ। ਸੋਲਿਊਟ ਤੇ ਸੋਲਵੈਂਟ ਦੇ ਮਾਸ ਨੂੰ ਜੋੜਤਾ, ਸਾਡੇ ਕੋਲ ਕੀ ਆ ਗਿਆ ਸੋਲਿਊਸ਼ਨ। ਹੁਣ ਉੱਪਰ ਕੀ ਲੈਣਾ, ਮਾਸ ਆਫ ਸੋਲਿਊਟ ਕਿੰਨਾ ਹੈ 2 ਗ੍ਰਾਮ, ਨੀਚੇ ਕੀ ਹੈ ਮਾਸ ਆਫ ਸੋਲਿਊਸ਼ਨ ਕਿੰਨਾ ਹੈ 20 ਗ੍ਰਾਮਸ ਮਲਟੀਪਲਾਈਡ ਬਾਈ 100, ਤਾਂ ਕਿੰਨਾ ਆ ਗਿਆ 10। ਇਹ ਕੀ ਆਇਆ 10%। ਤਾਂ ਜਿਹੜਾ ਸੋਲਿਊਟ ਹੈ ਜਿਹੜਾ ਸੋਲਿਊਸ਼ਨ ਦੇ ਵਿੱਚ ਉਹ ਕਿੰਨੇ ਪਰਸੈਂਟ ਹੈ 10%। 10% ਸੋਲਿਊਸ਼ਨ ਹੈ ਜਿਹੜਾ ਕਿਹਦਾ, ਇਹ ਸਬਸਟੈਂਸ A ਦਾ, ਠੀਕ ਹੈ। ਨੈਕਸਟ ਹੈ ਬੇਟੇ ਵੋਲਿਊਮ ਪਰਸੈਂਟ। ਨੈਕਸਟ ਕੀ ਲਵਾਂਗੇ ਅਸੀਂ, ਵੋਲਿਊਮ ਪਰਸੈਂਟ। ਸੇਮ ਬਿਲਕੁਲ, ਇਹਨੂੰ ਆਪਾਂ ਕਹਿੰਦੇ V/V%। ਕੁਛ ਫਰਕ ਨਹੀਂ ਆਏਗਾ ਉਹਦੇ 'ਚੋਂ, ਸਿਰਫ ਵੋਲਿਊਮ ਲੈਣਾ ਅਸੀਂ ਮਾਸ ਦੀ ਥਾਂ 'ਤੇ। ਇਟ ਇਜ਼ ਡਿਫਾਈਨਡ ਐਜ਼ ਦ ਵੋਲਿਊਮ ਆਫ ਦ ਸੋਲਿਊਟ ਇਨ ml ਪ੍ਰੈਜ਼ੈਂਟ ਇਨ 100 ml ਆਫ ਸੋਲਿਊਸ਼ਨ। ਹੁਣ ਵੋਲਿਊਮ ਆਫ ਸੋਲਿਊਟ ਡਿਵਾਈਡਡ ਬਾਈ ਵੋਲਿਊਮ ਆਫ ਦ ਸੋਲਿਊਸ਼ਨ ਮਲਟੀਪਲਾਈਡ ਬਾਈ 100। ਐਗਜ਼ਾਮਪਲ ਆਪਾਂ ਲਾਂਗੇ 10% ethanol solution in water। 10% ethanol solution in water means 10 ml of ethanol present in 90 ml of water। क्लियर होगी बेटा ये चीज़ कि 10% का मतलब जिवें आपां पिछे कढ़िया सी 10% का मतलब की है कि 10 ग्राम्स और 10 ml, क्योंकि असीं मास वॉल्यूम परसेंट ले लें। 10 ml ऑफ इथेनॉल इज प्रेजेंट इन 100 ml ऑफ सोल्यूशन। 100 ml सोल्यूशन है, जे उहदे चों 100 चों असीं 10 ml कढ़ दईए इथेनॉल दे, ते बाकी बच गया 90 ml ऑफ वाटर, क्योंकि टोटल सोल्यूशन इज 100 ml। 100 पार्ट्स चों असीं इहदे किन्ने पार्ट्स है उहनूं ही असीं कहने परसेंट, ते असीं 10% लिया। क्लीयर हो गई ये चीज़। नैक्सट है बेटे मास वॉल्यूम परसेंट। मतलब हुण असीं सोल्यूट दा तां मास लवांगे, पर सॉल्वेंट जिहड़ा आपां नीचे सोल्यूशन लैणा उहदा की लवांगे वॉल्यूम लवांगे। क्लीयर हो गया। तां इहनूं कहांगे असीं W/V%, मास बाय वॉल्यूम परसेंट। It is defined as the mass of the solute in grams present in 100 ml of solution। ਹੁਣ दोनों चीज़ां ले लिया ਆਪਾਂ, किन्ने ग्राम सोल्यूट ਦੇ किन्ने वॉल्यूम सोल्यूशन ਦੇ ਵਿੱਚ प्रेजेंट है, ਤਾਂ ਆਪਾਂ ਉਹਨੂੰ ਕੱਢਣਾ ਕਿਹਦੇ ਵਿੱਚ ਹੈ 100 ਪਾਰਟਸ ਲਈ, ਤਾਂ ਉਹਨੂੰ ਅਸੀਂ ਕੀ ਕਵਾਂਗੇ ਮਾਸ ਬਾਈ ਵੋਲਿਊਮ ਪਰਸੈਂਟ। ਦੈਟ ਇਜ਼ 5% ਆ ਨਾਲ ਦਿੱਤਾ ਹੋਏਗਾ ਜ਼ਰੂਰ ਤੁਹਾਨੂੰ W/V, ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਇਹ ग्राम्स ਦੇ ਵਿੱਚ ਹੈ। 5% solution of sodium chloride means 5 gram of NaCl in 100 ml of solution। ਤਾਂ मतलब ਕੀ ਹੋ ਗਿਆ ਬੇਟੇ ਕਿ 5 ग्राम सोडियम क्लोराइड है ਜਿਹੜਾ ਉਹ ਕਿਹਦੇ ਚ ਪ੍ਰੈਜ਼ੈਂਟ ਹੈ 100 ml of solution। वॉल्यूम ਅਸੀਂ ਕਿਹਦਾ ਲੈਣਾ solution ਦਾ। क्लियर। नेक्स्ट है बेटे पार्ट्स पर मिलियन। ਅੱਗੇ ਆਪਾਂ ਪਰਸੈਂਟ ਕੱਢਿਆ ਸੀ, ਪਰਸੈਂਟ ਦਾ ਮਤਲਬ ਅਸੀਂ ਹੁੰਦਾ 100 ਪਾਰਟਸ ਦੇ ਵਿੱਚੋਂ ਕੱਢਣਾ ਕੋਈ ਸਬਸਟੈਂਸ ਕਿੰਨੀ ਪ੍ਰੈਜ਼ੈਂਟ ਹੈ। ਹੁਣ ਪਾਰਟਸ ਪਰ ਮਿਲੀਅਨ ਹੈ, ਹੁਣ ਆਪਾਂ ਕੀ ਕਰਨਾ ਹੈ ਮਿਲੀਅਨ ਦੇ ਵਿੱਚੋਂ ਕਿੰਨੇ ਪਾਰਟਸ ਹੈ ਕਿਸੇ ਚੀਜ਼ ਦੇ। ਹੁਣ ਇੱਥੇ ਬੇਟੇ ਇਹ ਜਿਹੜਾ ਪਾਰਟਸ ਪਰ ਮਿਲੀਅਨ ਹੈ ਨਾ, ਅਸੀਂ ਉਹਨਾਂ ਸੋਲਿਊਸ਼ਨਸ ਵਾਸਤੇ ਲਵਾਂਗੇ ਜਿਨ੍ਹਾਂ ਦੇ ਵਿੱਚ ਸੋਲਿਊਟ ਦੀ ਜਿਹੜੀ ਅਮਾਊਂਟ ਹੈ ਉਹ ਬਹੁਤ ਜ਼ਿਆਦਾ ਘੱਟ ਹੋਵੇ,
ਫ੍ਰੈਕਸ਼ਨਸ ਦੇ ਵਿੱਚ ਹੀ ਹੋਵੇ ਤਾਂ ਹੀ ਅਸੀਂ ਲਵਾਂਗੇ, ਕਿ ਉਹਦੀ ਪਰਸੈਂਟੇਜ ਨਹੀਂ ਕੱਢ ਸਕਾਂਗੇ ਅਸੀਂ। ਬਹੁਤ ਥੋੜੀ ਅਮਾਊਂਟ ਦੇ ਵਿੱਚ ਜਿਹੜੀ ਪ੍ਰੈਜ਼ੈਂਟ ਹੋਵੇ ਚੀਜ਼, ਤਾਂ ਅਸੀਂ ਉਹਦੇ ਵਾਸਤੇ ਅਸੀਂ ਪਾਰਟਸ ਪਰ ਮਿਲੀਅਨ ਲੈਂਦੇ ਹਾਂ। It is defined as the number of parts of a component per million parts of the solution. ਸੇਮ ਲਵਾਂਗੇ ਅਸੀਂ, ਸਿਰਫ ਮਿਲੀਅਨ ਨਾਲ ਮਲਟੀਪਲਾਈ ਕਰਾਂਗੇ 100 ਦੀ ਬਜਾਏ। ਤਾਂ ਪਾਰਟਸ ਪਰ ਮਿਲੀਅਨ ਆਫ ਕੰਪੋਨੈਂਟ, PPM ਅਸੀਂ ਇਹਨੂੰ ਕਹਿੰਦੇ ਹਾਂ, ਪਾਰਟਸ ਪਰ ਮਿਲੀਅਨ, PPM। PPM ਆਫ ਕੰਪੋਨੈਂਟ ਇਜ਼ ਇਕੁਅਲ ਟੂ mass of the component divided by mass of the solution multiplied by 10 raised to 6। ਇਹ ਵੀ ਬੇਟੇ ਅਸੀਂ ਤਿੰਨੋਂ ਤਰ੍ਹਾਂ ਦੇ ਕੱਢ ਸਕਦੇ ਹਾਂ, ਮਾਸ ਬਾਈ ਮਾਸ ਵੀ ਕੱਢ ਸਕਦੇ ਹਾਂ, ਵੋਲਿਊਮ ਬਾਈ ਵੋਲਿਊਮ ਵੀ ਕੱਢ ਸਕਦੇ ਹਾਂ, ਤੇ ਮਾਸ ਬਾਈ ਵੋਲਿਊਮ ਵੀ ਕੱਢ ਸਕਦੇ ਹਾਂ। ਮਤਲਬ ਪਾਰਟਸ ਪਰ ਮਿਲੀਅਨ ਦੇ ਤਿੰਨੋਂ ਹੀ ਹੋ ਸਕਦੇ ਹੈ। ਇੱਥੇ ਮਾਸ ਬਾਈ ਮਾਸ ਵੀ ਹੋ ਸਕਦਾ ਹੈ, ਵੋਲਿਊਮ ਬਾਈ ਵੋਲਿਊਮ, ਤੇ ਮਾਸ ਬਾਈ ਵੋਲਿਊਮ ਵੀ ਹੋ ਸਕਦਾ ਹੈ। ਕਲੀਅਰ? ਜਿਵੇਂ ਆਪਾਂ ਐਗਜ਼ਾਮਪਲ ਲਈਏ, 500 ml of water, 500 ml of water, that is 500 ਗ੍ਰਾਮ ਵੀ ਮੰਨ ਸਕਦੇ ਹਾਂ ਇਹਨੂੰ। ਕਿਉਂ? ਕਿਉਂਕਿ ਡੈਂਸਿਟੀ ਵਾਟਰ ਦੀ ਕਿੰਨੀ ਹੁੰਦੀ ਹੈ ਬੇਟੇ? ਆਮ 1। ਤਾਂ ਜਿੰਨੇ ml ਹੈ ਉਨਾ ਹੀ ਡੈਂਸਿਟੀ ਕੀ ਹੁੰਦੀ ਹੈ? ਡੈਂਸਿਟੀ ਇਜ਼ ਇਕੁਅਲ ਟੂ ਮਾਸ ਪਰ ਯੂਨਿਟ ਵੋਲਿਊਮ। ਤਾਂ ਉਨਾ ਹੀ ਮਾਸ ਹੋਏਗਾ, ਉਨਾ ਹੀ ਵੋਲਿਊਮ, ਜੇ ਡੈਂਸਿਟੀ 1 ਹੈ। ਠੀਕ ਹੈ? ਤਾਂ ਕੰਟੇਨਸ 2 × 10⁻³ ਗ੍ਰਾਮ ਆਫ ਕਲੋਰੀਨ। ਠੀਕ ਹੈ? 500 ml ਦੇ ਵਿੱਚ ਹਾਫ ਲੀਟਰ ਪਾਣੀ ਦੇ ਵਿੱਚ ਹੈ ਜਿਹੜਾ, ਉਹ 2 × 10⁻³ ਗ੍ਰਾਮ ਆਫ ਕਲੋਰੀਨ, ਮਤਲਬ ਬਹੁਤ ਥੋੜੀ ਅਮਾਊਂਟ ਦੇ ਵਿੱਚ ਕਲੋਰੀਨ ਪ੍ਰੈਜ਼ੈਂਟ ਹੈ। ਪਿਊਰੀਫਾਈ ਕਰਨ ਲਈ ਯੂਜ਼ ਕੀਤੀ ਜਾਂਦੀ ਹੈ ਨਾ ਕਲੋਰੀਨ, ਤਾਂ ਉਹਦੀ ਅਮਾਊਂਟ ਬਹੁਤ ਥੋੜੀ ਹੈ। ਤਾਂ ਹੁਣ ਜੇ ਅਸੀਂ ਪਾਰਟਸ ਪਰ ਮਿਲੀਅਨ ਕੱਢਣੇ ਹੋਣ ਕਲੋਰੀਨ ਦੇ, ਤਾਂ ਕਿਵੇਂ ਕੱਢਾਂਗੇ? ਮਾਸ ਆਫ ਕੰਪੋਨੈਂਟ, ਕਲੋਰੀਨ ਦਾ ਉੱਪਰ ਲੈ ਲਿਆ ਮਾਸ, ਡਿਵਾਈਡਡ ਬਾਈ ਮਾਸ ਆਫ ਸੋਲਿਊਸ਼ਨ, ਤਾਂ ਕਿੰਨਾ ਆ ਗਿਆ? 500 ਗ੍ਰਾਮਸ। ਜੇ ਇੱਥੇ ਮਾਸ ਬਾਈ ਵੋਲਿਊਮ ਹੋਵੇ ਤਾਂ ਇੱਥੇ 500 ml ਲੈ ਲਾਂਗੇ ਆਪਾਂ, ਇੰਟੂ 10⁻⁶। ਮਿਲੀਅਨ ਨਾਲ ਅਸੀਂ ਮਲਟੀਪਲਾਈ ਕਰਦਾ, ਇਸ ਇਕੁਅਲ ਟੂ ਆ ਗਿਆ 4। ਠੀਕ ਹੈ? ਤਾਂ ਇਹਨੂੰ ਆਪਾਂ ਕੀ ਕਹਿੰਦੇ ਆ? ਪਾਰਟਸ ਪਰ ਮਿਲੀਅਨ। ਤੇ 4 ਪਾਰਟਸ ਆਫ ਕਲੋਰੀਨ ਆਰ ਡਿਜ਼ੋਲਵਡ ਪਰ ਮਿਲੀਅਨ ਪਾਰਟਸ ਆਫ ਵਾਟਰ। ਤਾਂ ਇਹ ਇਹਦਾ ਮੀਨਿੰਗ ਹੋ ਗਿਆ। ਠੀਕ ਹੈ? ਨੈਕਸਟ ਹੈ ਬੇਟੇ ਸਟਰੈਂਥ। ਨੈਕਸਟ ਕੀ ਲੈਣਾ ਆਪਾਂ? ਸਟਰੈਂਥ। ਸਟਰੈਂਥ ਕੀ ਹੁੰਦੀ ਹੈ ਬੇਟੇ? ਇਟ ਇਜ਼ ਡਿਫਾਈਨਡ ਐਜ਼ ਦ ਅਮਾਊਂਟ ਆਫ ਸੋਲਿਊਟ ਇਨ ਗ੍ਰਾਮਸ ਪ੍ਰੈਜ਼ੈਂਟ ਇਨ 1 ਲੀਟਰ ਆਫ ਸੋਲਿਊਸ਼ਨ। ਕੋਈ ਵੀ ਸੋਲਿਊਟ ਦੀ ਕੋਈ ਵੀ ਚੀਜ਼ ਅਸੀਂ ਡਿਸੋਲਵ ਕੀਤੀ ਹੈ, ਜਦੋਂ ਅਸੀਂ 1 ਲੀਟਰ ਸੋਲਿਊਸ਼ਨ ਬਣਾ ਦਿੰਦੇ ਹਾਂ ਨਾ ਉਹਦਾ ਡਿਸੋਲਵ ਕਰਨ ਤੋਂ ਬਾਅਦ, ਉਦੋਂ ਜਿਹੜੀ ਉਹ ਅਮਾਊਂਟ ਹੋਏਗੀ ਉਹਨੂੰ ਆਪਾਂ ਕੀ ਕਹਿੰਦੇ ਹਾਂ? ਸਟਰੈਂਥ। ਉਹ ਕੀ ਹੋਏਗੀ? ਉਹਦੀ ਸਟਰੈਂਥ। 1 ਲੀਟਰ ਬਣਾ ਲੈਂਦੇ ਹਾਂ ਜਦੋਂ ਆਪਾਂ। ਸਟਰੈਂਥ ਆਫ ਸੋਲਿਊਸ਼ਨ ਇਜ਼ ਇਕੁਅਲ ਟੂ ਮਾਸ ਆਫ ਸੋਲਿਊਟ ਇਨ ਗ੍ਰਾਮਸ ਡਿਵਾਈਡਡ ਬਾਈ ਵੋਲਿਊਮ ਆਫ ਸੋਲਿਊਸ਼ਨ ਇਨ ਲੀਟਰਸ। ਠੀਕ ਹੈ? ਇਹ ਕੀ ਆਏਗੀ? ਉਹਦੀ ਸਟਰੈਂਥ। ਹੁਣ ਆਪਾਂ ਜੇ ਆਪਾਂ ਸਾਡੇ ਕੋਲੇ ਸੋਲਿਊਸ਼ਨ ਕਿਉਂਕਿ ਬਹੁਤ ਥੋੜੀ ਅਮਾਊਂਟ ਦੇ ਵਿੱਚ ਹੁੰਦੇ ਆ, ਲੀਟਰਸ 'ਚ ਨਹੀਂ ਹੋ ਸਕਦੇ, ਤਾਂ ਆਪਾਂ ਕੀ ਲਵਾਂਗੇ? ਉਹਨੂੰ ਮਿਲੀ ਲੀਟਰਸ 'ਚ ਲੈ ਲਾਂਗੇ। ਤਾਂ ਮਾਸ ਆਫ ਦਾ ਸੋਲਿਊਟ ਇਨ ਗ੍ਰਾਮਸ ਡਿਵਾਈਡਡ ਬਾਈ ਵੋਲਿਊਮ ਆਫ ਦਾ ਸੋਲਿਊਸ਼ਨ ਇਨ ਮਿਲੀ ਲੀਟਰਸ ਮਲਟੀਪਲਾਈਡ ਬਾਈ 1000। ਕਿਉਂ ਕੀਤਾ ਬੇਟੇ 1000 ਨਾਲ? ਕਿਉਂਕਿ ਮਿਲੀ ਲੀਟਰ ਨੂੰ ਆਪਾਂ ਕੀ ਬਣਾਵਾਂਗੇ? ਲੀਟਰਸ 'ਚ ਕਨਵਰਟ ਕਰਾਂਗੇ। ਲੀਟਰਸ ਕਿਵੇਂ ਕਨਵਰਟ ਹੋਏਗਾ? ਜੇ ਅਸੀਂ ml ਨੂੰ 1000 ਨਾਲ ਡਿਵਾਈਡ ਕਰ ਦਾਂਗੇ ਤਾਂ ਕੀ ਬਣ ਜਾਣਗੇ? ਇਹਦੇ ਲੀਟਰ ਬਣ ਜਾਣਗੇ। ਤਾਂ ਨੀਚੇ ਜੇ 1000 ਨਾਲ ਡਿਵਾਈਡ ਕਰਾਂਗੇ ਤਾਂ ਉਹ ਕੀ ਹੈ? ਉੱਪਰ ਆ ਜਾਏਗਾ 1000। ਤਾਂ ਆਪਾਂ ਕੀ ਕਰਾਂਗੇ? ਮਲਟੀਪਲਾਈ 1000 ਹੋ ਗਿਆ। ਕਲੀਅਰ ਹੋ ਗਈ ਇਹ ਚੀਜ਼? ਐਗਜ਼ਾਮਪਲ ਆਪਾਂ ਕਰਦੇ ਹਾਂ। Strength of 500 ml of solution containing 4 gram of NaCl. Strength of 5 ml of solution containing 4 ml of containing 4 grams of NaCl. ਇਹਦੀ ਆਪਾਂ ਸਟਰੈਂਥ ਕੱਢਣੀ ਹੈ। ਤਾਂ ਮਤਲਬ ਸਾਡੇ ਕੋਲੇ ਸੋਲਿਊਟ ਕੌਣ ਹੈ? ਕਿਹੜਾ ਹੈ? NaCl। ਤਾਂ ਆਪਾਂ ਕੀ ਲਿਆ? ਉਹਦਾ ਮਾਸ ਲੈ ਲਿਆ, ਡਿਵਾਈਡਡ ਬਾਈ ਵੋਲਿਊਮ ਆਫ ਦਾ ਸੋਲਿਊਸ਼ਨ। ਕਿੰਨਾ ਹੈ? 500 ml ਦਿੱਤਾ ਹੋਇਆ ਸਾਨੂੰ, ਮਲਟੀਪਲਾਈਡ ਬਾਈ 1000। ਕਿਉਂਕਿ ਅਸੀਂ ਲੀਟਰ 'ਚ ਹੀ ਲੈਣਾ ਹੈ, ਤੁਹਾਨੂੰ ਲੀਟਰ ਹੀ ਬਣਾਉਣਾ ਪਏਗਾ ਇਹਨੂੰ। ਤਾਂ ਕਿੰਨਾ ਆ ਗਿਆ? 8 grams ਪਰ ਲੀਟਰ। ਇਹ ਕਲੀਅਰ ਹੈ? ਜੇ 500 ਦੇ ਵਿੱਚ 4 ਗ੍ਰਾਮ ਹੈ ਤਾਂ ਅਸੀਂ ਸਟਰੈਂਥ ਕਹਿੰਦੇ ਕਿਹਨੂੰ ਆ? ਜਦੋਂ ਅਸੀਂ ਲੀਟਰ 'ਚ ਡਿਸੋਲਵ ਕਰਾਂਗੇ। ਤਾਂ ਜੇ 500 ਦੇ ਵਿੱਚ 4 ਗ੍ਰਾਮ ਹੈ ਤਾਂ ਬੇਟੇ ਲੀਟਰ 'ਚ ਕਿੰਨਾ ਆਏਗਾ? ਉਹ 1 ਲੀਟਰ 'ਚ ਕਿੰਨਾ ਹੋਏਗਾ? 8 ਗ੍ਰਾਮ ਹੀ ਹੋਏਗਾ ਨਾ। ਇਹ ਤਾਂ ਅੰਡਰਸਟੂਡ ਹੈ। ਠੀਕ ਹੈ? ਤਾਂ ਸਟਰੈਂਥ ਕੀ ਆ ਗਈ? 8 ਗ੍ਰਾਮ। ਇਹਨੂੰ ਨਹੀਂ ਅਸੀਂ ਸਟਰੈਂਥ ਕਹਿੰਦੇ, ਇਹ ਸਟਰੈਂਥ ਨਹੀਂ ਹੈ। ਇਹ ਸਟਰੈਂਥ ਨਹੀਂ ਕਿ ਜਿਹੜਾ 500 ਸਟਰੈਂਥ ਸਿਰਫ ਉਹਨੂੰ ਕਹਿਣਾ ਜਿਹੜਾ 1 ਲੀਟਰ 'ਚ ਡਿਸੋਲਵ ਕੀਤਾ ਹੋਇਆ ਹੋਵੇ। ਤਾਂ ਉਹ ਕੀ ਹੈ? 8 grams ਪਰ ਲੀਟਰ। 8 grams per liter is strength of the solution. ठीक है? नेक्स्ट है बेटे
ਮੋਲ ਫ੍ਰੈਕਸ਼ਨ ਅਗਲਾ ਜਿਹੜਾ ਆ ਗਿਆ ਤੁਹਾਡੇ ਕੋਲੇ ਮੋਲ ਫ੍ਰੈਕਸ਼ਨ। ਹੁਣ ਤੁਹਾਡੀ NCERT ਦੇ ਵਿੱਚ ਇਹੀ ਹੈ, ਮਾਸ ਤੋਂ ਬਾਅਦ ਮੋਲ ਫ੍ਰੈਕਸ਼ਨ ਹੀ ਗਿਵਨ ਹੈ, ਮਾਸ ਪਰਸੈਂਟ ਤੋਂ ਬਾਅਦ। ਤਾਂ ਮੋਲ ਫ੍ਰੈਕਸ਼ਨ ਅਸੀਂ ਕਿਹਨੂੰ ਕਹਿੰਦੇ ਹਾਂ ਬੇਟੇ, ਇਹ ਇੱਕ ਰੇਸ਼ੋ ਹੈ। ਇਟ ਇਜ਼ ਰੇਸ਼ੋ ਆਫ ਨੰਬਰ ਆਫ ਮੋਲਸ ਆਫ ਵਨ ਕੰਪੋਨੈਂਟ ਟੂ the total number of moles of all the components in the solution। ਤਾਂ ਕਿਹਨੂੰ ਕਹਿੰਦੇ ਆਪਾਂ, ਰੇਸ਼ੋ ਆਫ moles of number of moles of one component to the total number of moles of all the components in the solution। ਜੇ ਆਪਾਂ ਬਾਈਨਰੀ ਸੋਲੂਸ਼ਨ ਲੈ ਲਈਏ, ਬਾਈਨਰੀ ਕਿਹਨੂੰ ਕਹਿੰਦੇ ਆ, ਜਿਸ 'ਚ ਸਿਰਫ ਦੋ ਹੀ ਕੰਪੋਨੈਂਟ ਹੋਣਗੇ, ਇੱਕ ਸੋਲਿਊਟ ਤੇ ਇੱਕ ਸੋਲਵੈਂਟ। ਠੀਕ ਹੈ, ਇਨ ਬਾਈਨਰੀ ਸੋਲੂਸ਼ਨ ਆਪਾਂ Na ਇਜ਼ ਨੰਬਰ ਆਫ ਮੋਲਸ ਆਫ ਸੋਲਵੈਂਟ। ਤਾਂ ਆਪਾਂ ਹਮੇਸ਼ਾ, ਕਿਉਂਕਿ ਬਹੁਤ ਜ਼ਿਆਦਾ ਯੂਜ਼ ਹੋਣੀਆਂ ਬੇਟੇ ਟਰਮਸ, ਜਿਵੇਂ ਮੋਲ ਫ੍ਰੈਕਸ਼ਨ ਹੈ, ਫਿਰ ਮੋਲੈਰਿਟੀ ਆਏਗੀ, ਮੋਲੈਰਿਟੀ ਆਏਗੀ, ਪ੍ਰੈਕਟੀਕਲਸ ਦੇ ਵਿੱਚ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਯੂਜ਼ ਹੋਣਗੀਆਂ ਇਹ ਚੀਜ਼ਾਂ, ਤਾਂ ਧਿਆਨ ਨਾਲ ਸਮਝਣਾ ਇਹਨਾਂ ਨੂੰ। ਠੀਕ ਹੈ, ਤਾਂ ਨੰਬਰ ਆਫ ਮੋਲ ਜਿੱਥੇ ਵੀ ਅਸੀਂ Na ਲਿਖਾਂਗੇ ਨਾ, ਤਾਂ ਇਹਦਾ ਮੀਨਿੰਗ ਹੋਏਗਾ ਨੰਬਰ ਆਫ ਮੋਲਸ ਆਫ ਸੋਲਵੈਂਟ। ਇਹ ਅਸੀਂ ਸੋਲਵੈਂਟ ਲਈ ਵਰਤਦੇ ਹਾਂ, ਤਾਂ B ਅਸੀਂ ਸੋਲਿਊਟ ਲਈ ਵਰਤ ਲਿਆ। ਠੀਕ ਹੈ, ਐਂਡ ਨੰਬਰ ਆਫ ਮੋਲਸ ਆਫ ਜਿਹੜਾ NB ਇਜ਼ ਨੰਬਰ ਆਫ ਮੋਲਸ ਆਫ ਸੋਲਿਊਟ। ਯਾਦ ਰਹੇਗਾ ਇਹ, Na ਇਜ਼ ਨੰਬਰ ਆਫ ਮੋਲਸ ਆਫ ਸੋਲਵੈਂਟ ਐਂਡ NB ਇਜ਼ ਨੰਬਰ ਆਫ ਮੋਲਸ ਆਫ ਸੋਲਿਊਟ। ਹੁਣ ਆਪਾਂ ਕੀ ਕੱਢਣੀ ਹੈ ਬੇਟੇ, ਮੋਲ ਫ੍ਰੈਕਸ਼ਨ। ਮੋਲ ਫ੍ਰੈਕਸ਼ਨ ਆਫ ਸੋਲਵੈਂਟ, ਇਹਨੂੰ ਆਪਾਂ ਕਾਹਦੇ ਨਾਲ ਲਿਖਦੇ ਹਾਂ ਬੇਟੇ, XA। ਆਪਾਂ X ਕਹਿ ਦਿੰਦੇ ਹਾਂ, ਅਦਰਵਾਈਜ਼ ਇਹ ਜ਼ੀਟਾ ਨਾਲ ਲਿਖਦੇ ਹਾਂ, ਜ਼ੀਟਾ ਹੁੰਦਾ ਇਹ, ਪਰ ਆਪਾਂ X ਹੀ ਯੂਜ਼ ਕਰਦੇ ਹਾਂ। ਮੋਲ ਫ੍ਰੈਕਸ਼ਨ ਆਫ ਸੋਲਵੈਂਟ XA ਇਜ਼ ਇਕੁਅਲ ਟੂ ਕਿੰਨੀ ਆਉਂਦੀ ਹੈ ਬੇਟੇ, Na ਅਪੋਨ Na ਪਲਸ NB। ਆਪਾਂ ਕੀ ਕਿਹਾ, ਰੇਸ਼ੋ ਆਫ ਨੰਬਰ ਆਫ ਮੋਲਸ ਆਫ ਵਨ ਕੰਪੋਨੈਂਟ, ਜਿਹਦੀ ਅਸੀਂ ਮੋਲ ਫ੍ਰੈਕਸ਼ਨ ਕੱਢਣੀ ਹੈ ਉਹਦੇ ਨੰਬਰ ਆਫ ਮੋਲਸ ਲੈ ਲਏ। ਠੀਕ ਹੈ, ਉੱਪਰ ਆਪਾਂ ਕਿਹਦੇ ਮੋਲ ਲੈਣੇ ਆ, ਜਿਹਦੀ ਆਪਾਂ ਮੋਲ ਫ੍ਰੈਕਸ਼ਨ ਕੱਢਣੀ ਹੈ ਉਸ ਕੰਪੋਨੈਂਟ ਦੇ ਨੰਬਰ ਆਫ ਮੋਲਸ ਡਿਵਾਈਡਡ ਬਾਈ ਟੋਟਲ ਮੋਲਸ ਆਫ ਦਾ ਸੋਲਿਊਸ਼ਨ। ਮੋਲ ਸੋਲਿਊਸ਼ਨ 'ਚ ਕੀ ਹੈ, ਦੋ ਹੀ ਚੀਜ਼ ਹੈ, ਇੱਕ ਸੋਲਵੈਂਟ ਹੈ ਤੇ ਇੱਕ ਸੋਲਿਊਟ ਹੈ। ਤਾਂ ਕੀ ਆ ਗਿਆ, Na ਪਲਸ NB। ਜੇ ਹੋਰ ਕੰਪੋਨੈਂਟ ਹੋਣ ਤਾਂ ਨੀਚੇ ਹੋਰ ਵੀ ਜੁੜ ਜਾਣਗੇ। ਜੇ ਇੱਕ ਹੋਰ ਕੰਪੋਨੈਂਟ ਹੋਵੇ ਤਾਂ ਆਪਾਂ ਕੀ ਲਿਖਾਂ, Na ਪਲਸ NB ਪਲਸ NC, ਜੋ ਵੀ ਹੋਣਗੇ, ਜਿੰਨੇ ਮਰਜ਼ੀ ਕੰਪੋਨੈਂਟ ਹੋਣ, ਨੀਚੇ ਸਭ, ਉੱਪਰ ਸਿਰਫ ਉਹ ਕੰਪੋਨੈਂਟ ਦੇ ਨੰਬਰ ਆਫ ਮੋਲਸ ਹੋਣਗੇ ਜਿਹਦੀ ਅਸੀਂ ਮੋਲ ਫ੍ਰੈਕਸ਼ਨ ਕੈਲਕੂਲੇਟ ਕਰਨੀ ਹੈ। ਮੋਲ ਫ੍ਰੈਕਸ਼ਨ ਆਫ ਸੋਲਿਊਟ B। ਜੇ ਆਪਾਂ ਮੋਲ ਫ੍ਰੈਕਸ਼ਨ ਆਫ ਸੋਲਿਊਟ ਕਰਨੀ ਹੋਵੇ, ਜੇ ਉਹਨੂੰ ਆਪਾਂ ਕਦੇ ਨਾਲ ਲਿਖਦੇ ਹਾਂ XB। XB ਇਜ਼ ਇਕੁਅਲ ਟੂ NB ਨੰਬਰ ਆਫ ਮੋਲਸ ਆਫ ਦਾ ਸੋਲਿਊਟ ਡਿਵਾਈਡਡ ਬਾਈ ਟੋਟਲ ਮੋਲਸ ਆਫ ਦਾ ਸੋਲਿਊਸ਼ਨ। ਇਹ ਕਿਹਦੀ ਆ ਗਈ, ਮੋਲ ਫ੍ਰੈਕਸ਼ਨ ਆਫ ਸੋਲਿਊਟ। ਹੁਣ ਜੇ ਬੇਟੇ ਅਸੀਂ ਦੋਨਾਂ ਦਾ ਸਮ ਕਰ ਦਈਏ, ਠੀਕ ਹੈ, ਤਾਂ ਉਹ ਕੀ ਆਏਗਾ, ਹਮੇਸ਼ਾ 1। The sum of mole fractions of components of the solution is equal to 1। ਹਮੇਸ਼ਾ ਕੀ ਆਏਗੀ, ਇਹ 1 ਆਏਗਾ। ਹੁਣ ਆਪਾਂ ਜੇ ਕਰੀਏ XA ਪਲਸ XB, ਆ ਦੋਨੋਂ ਚੀਜ਼ਾਂ ਜੋੜਤੀਆਂ ਤਾਂ ਕੀ ਆਏਗਾ, Na ਪਲਸ NB ਅਪੋਨ Na ਪਲਸ NB, ਕੀ ਆ ਗਿਆ, 1। ਤਾਂ ਹਮੇਸ਼ਾ ਕੀ ਹੁੰਦਾ ਹੈ, 1। ਜਿੰਨੇ ਮਰਜ਼ੀ ਕੰਪੋਨੈਂਟ ਪ੍ਰੈਜ਼ੈਂਟ ਹੋਣ, ਸਾਰਿਆਂ ਦੀਆਂ ਫ੍ਰੈਕਸ਼ਨਸ ਨੂੰ ਜੇ ਅਸੀਂ ਸਮ ਕਰ ਦਾਂਗੇ ਨਾ, ਤਾਂ ਹਮੇਸ਼ਾ ਕੀ ਬਣ ਜਾਏਗਾ, 1 ਬਣ ਜਾਏਗਾ। ਦਸ XA ਪਲਸ XB ਇਜ਼ ਇਕੁਅਲ ਟੂ 1। ਹੁਣ ਜੇ ਸਾਨੂੰ ਇੱਕ ਕੰਪੋਨੈਂਟ ਦੀ ਫ੍ਰੈਕਸ਼ਨ ਪਤਾ ਹੋਵੇ, ਦੂਜੇ ਦੀ ਅਸੀਂ ਕੈਲਕੂਲੇਟ ਕਰ ਸਕਦੇ ਹਾਂ। ਸਪੋਜ਼ ਕਰੋ ਸਾਨੂੰ ਕੋਲੇ ਸਾਨੂੰ A ਦੀ ਪਤਾ ਹੈ, B ਦੀ ਅਸੀਂ ਕੱਢ ਸਕਦੇ ਹਾਂ। ਇੱਕ ਦੀ ਪਤਾ ਹੋਵੇ, ਦੂਜੇ ਦੀ ਕੈਲਕੂਲੇਟ ਕਰ ਸਕਦੇ ਹਾਂ। ਸਪੋਜ਼ ਕਰੋ A ਦੀ ਸਾਨੂੰ ਮੋਲ ਫ੍ਰੈਕਸ਼ਨ ਪਤਾ ਹੈ, B ਦੀ ਨਹੀਂ ਪਤਾ, ਤਾਂ ਆਪਾਂ ਕੀ ਕਰਾਂਗੇ, XB ਇਜ਼ ਇਕੁਅਲ ਟੂ 1 ਮਾਈਨਸ XA। ਇੱਕ ਚੋਂ ਘਟਾ ਦਾਂਗੇ ਤਾਂ ਕੀ ਆ ਜਾਏਗੀ ਤੁਹਾਡੇ ਕੋਲੇ, ਮੋਲ ਫ੍ਰੈਕਸ਼ਨ ਆਫ ਅਦਰ ਕੰਪੋਨੈਂਟ। ਜੇ ਸਾਨੂੰ B ਦੀ ਪਤਾ ਹੈ, A ਦੀ ਕੱਢ ਲਾਂਗੇ। A ਦੀ ਕਿਤੇ ਬਰਾਬਰ ਆਏਗੀ, 1 ਮਾਈਨਸ XB। ਕਲੀਅਰ ਹੋ ਗਿਆ। ਤਾਂ ਇੱਕ ਕੰਪੋਨੈਂਟ ਦੀ ਹੁਣ ਨੰਬਰ ਆਫ ਮੋਲਸ ਕਿਵੇਂ ਕੱਢਾਂਗੇ ਆਪਾਂ, ਨੰਬਰ ਆਫ ਮੋਲਸ ਸਾਨੂੰ ਕੱਢਣੇ ਆਉਂਦੇ ਆ, ਕਿਵੇਂ ਕੱਢਦੇ ਆ, ਗਿਵਨ ਮਾਸ ਡਿਵਾਈਡਡ ਬਾਈ ਮੋਲਰ ਮਾਸ। ਕਿਸੇ ਇਹ ਸੋਲਿਊਟ ਦੇ ਆ ਜਾਣਗੇ ਨੰਬਰ ਆਫ ਮੋਲਸ, ਤਾਂ WA ਅਪੋਨ MA। ਇਹ ਕੀ ਆਏਗਾ, WA ਅਪੋਨ MA ਪਲਸ WB ਅਪੋਨ MB। ਗਿਵਨ ਮਾਸ ਡਿਵਾਈਡਡ ਬਾਈ ਮੋਲਰ ਮਾਸ। ਇਹਨਾਂ ਦੇ ਵੀ ਉਵੇਂ ਸਾਰਿਆਂ ਦੇ ਨੰਬਰ ਆਫ ਮੋਲਸ ਕੱਢ ਲਓ ਅਤੇ ਉਹਨਾਂ ਦੀ ਰੇਸ਼ੋ ਲੈ ਲਓ, ਉਹਨੂੰ ਅਸੀਂ ਕਹਾਂਗੇ ਮੋਲ ਫ੍ਰੈਕਸ਼ਨ। ਠੀਕ ਹੈ, ਹੁਣ ਆਪਾਂ ਨੂਮੈਰੀਕਲ ਕਰਦੇ ਹਾਂ, ਉਹਦੇ ਤੋਂ ਹੋਰ ਜ਼ਿਆਦਾ ਕਲੀਅਰ ਹੋਏਗਾ। ਕੈਲਕੂਲੇਟ ਮੋਲ ਫ੍ਰੈਕਸ਼ਨ ਆਫ ਦਾ ਕੰਪੋਨੈਂਟਸ ਇਨ ਅ 10% W/W solution of glucose in water। 10% W/W solution of glucose in water। इसका मतलब की है बेटे, 10 grams of glucose in 100 grams of solution।
टोटल कितना सोल्यूशन 100 ग्राम। ठीक है, ਇਹਦਾ मीनिंग ये हो गया 10 ग्राम्स ऑफ ग्लूकोज इन 100 ग्राम्स ऑफ सोल्यूशन। ਆਪਾਂ ਕੱਢਣੀ ਕੀ ਹੈ ਬੇਟੇ, ਕੱਢਣੀ ਕੀ ਹੈ ਮੋਲ ਫ੍ਰੈਕਸ਼ਨ। ਕਿਹਦੀ ਕੱਢਾਂਗੇ, ਗਲੂਕੋਜ਼ ਦੀ ਤੇ ਵਾਟਰ ਦੀ। ਤਾਂ ਸਾਨੂੰ ਕੀ ਚਾਹੀਦਾ ਮੋਲ ਫ੍ਰੈਕਸ਼ਨ ਵਾਸਤੇ, ਪਹਿਲਾਂ ਤਾਂ ਨੰਬਰ ਆਫ ਮੋਲ ਚਾਹੀਦੇ ਦੋਨਾਂ ਦੇ, ਕਿਹਦੇ ਗਲੂਕੋਜ਼ ਦੇ ਤੇ ਵਾਟਰ ਦੇ। ਹੁਣ ਕਿਵੇਂ ਕੱਢਾਂਗੇ ਆਪਾਂ, ਆਪਾਂ ਪਹਿਲਾਂ ਦੇਖੋ ਚੀਜ਼ਾਂ ਸਾਨੂੰ ਦਿੱਤੀਆਂ ਕੀ ਹੈ। ਮਾਸ ਆਫ ਸੋਲਿਊਸ਼ਨ ਕਿੰਨਾ ਹੈ 100 ਗ੍ਰਾਮ, ਸਾਨੂੰ ਪਤਾ ਹੈ 100 ਚੋਂ ਹੀ ਹੈ। ਮਾਸ ਆਫ ਗਲੂਕੋਜ਼ ਕਿੰਨਾ ਹੈ 10 ਗ੍ਰਾਮਸ ਹੈ, 10% ਦਿੱਤਾ ਹੋਇਆ, ਇਹਨੂੰ WB ਲਿਖਾਂਗੇ। ਕਿੰਨਾ ਹੈ ਇਹ 10 ਗ੍ਰਾਮਸ। ਮਾਸ ਆਫ ਵਾਟਰ ਕਿੰਨਾ ਰਹਿ ਗਿਆ, ਸੋਲਿਊਸ਼ਨ ਦੇ ਮਾਸ ਚੋਂ ਸੋਲਿਊਟ ਦਾ ਮਾਸ ਘਟਾ ਦਿਓ, ਗਲੂਕੋਜ਼ ਦਾ ਘਟਾ ਦਿਓ, ਤਾਂ ਕੀ ਆ ਗਿਆ ਮਾਸ ਆਫ ਵਾਟਰ। ਠੀਕ ਹੈ, ਤਾਂ ਇਹ ਆ ਗਿਆ WE, ਕਿਉਂਕਿ A ਨਾਲ ਹਮੇਸ਼ਾ ਸੋਲਵੈਂਟ ਨੂੰ ਅਸੀਂ A ਨਾਲ ਲਿਖਾਂਗੇ, ਸੋਲਿਊਟ ਨੂੰ ਹਮੇਸ਼ਾ ਅਸੀਂ B ਨਾਲ। ਇਹ ਮਾਸ ਹੈ ਜਿਹੜਾ ਗਿਵਨ ਮਾਸ, ਇਹ ਗਿਵਨ ਮਾਸ ਹੈ। ਹੁਣ ਅਸੀਂ ਮੋਲਰ ਮਾਸ ਕੱਢ ਲਾਂਗੇ। ਮੋਲਰ ਮਾਸ ਆਫ ਵਾਟਰ ਕਿੰਨਾ ਬਣ ਗਿਆ ਬੇਟੇ 18 ਗ੍ਰਾਮਸ, 2 ਹਾਈਡਰੋਜਨ ਹੈ ਤੇ 1 ਆਕਸੀਜਨ ਹੈ, 18 ਗ੍ਰਾਮਸ। ਇਸੇ ਤਰ੍ਹਾਂ ਅਸੀਂ ਮੋਲਰ ਮਾਸ ਆਫ ਗਲੂਕੋਜ਼ ਕੱਢ ਲਾਂਗੇ। ਗਲੂਕੋਜ਼ ਕੀ ਹੈ C6H12O6, 6 ਮਲਟੀਪਲਾਈਡ ਬਾਈ 12 ਪਲੱਸ 12 ਮਲਟੀਪਲਾਈਡ ਬਾਈ 1 ਪਲੱਸ 6 ਮਲਟੀਪਲਾਈਡ ਬਾਈ 16, ਕਿੰਨਾ ਆ ਗਿਆ 180 ਗ੍ਰਾਮਸ। ਇਹਦਾ ਮਾਸ ਕਿੰਨਾ ਆ ਗਿਆ, ਮੋਲਰ ਮਾਸ 180 ਗ੍ਰਾਮਸ। ਇਹਨੂੰ ਕਾਹਦੇ ਨਾਲ ਲਿਖਾਂਗੇ ਅਸੀਂ MB ਨਾਲ। ਇਹ ਕੀ ਸੀਗਾ MA, ਮੋਲਰ ਮਾਸ ਆਫ ਵਾਟਰ MA ਐਂਡ ਮੋਲਰ ਮਾਸ ਆਫ ਗਲੂਕੋਜ਼ ਕੀ ਹੈ MB। ਹੁਣ ਆਪਾਂ ਨੰਬਰ ਆਫ ਮੋਲਸ ਕੱਢਦੇ ਹਾਂ ਇਹਨਾਂ ਦੇ, ਕਿਉਂਕਿ ਸਾਨੂੰ ਚਾਹੀਦਾ ਕੀ ਹੈ ਮੋਲ ਫ੍ਰੈਕਸ਼ਨ ਆਫ ਗਲੂਕੋਜ਼ ਜੇ ਕੱਢਣਾ ਅਸੀਂ XB ਕੀ ਲਿਖਾਂਗੇ NB/NA ਪਲੱਸ NB। ਇਹ ਨੰਬਰ ਆਫ ਮੋਲਸ ਕਿਹਦੇ, ਗਲੂਕੋਜ਼ ਦੇ, ਵਾਟਰ ਦੇ, ਗਲੂਕੋਜ਼ ਸਾਰੇ। ਤਾਂ ਉਹਨੇ ਨੰਬਰ ਆਫ ਮੋਲਸ ਕਿਹਦੇ ਹੈ ਬੇਟੇ, ਗਲੂਕੋਜ਼ ਦੇ, ਵਾਟਰ ਦੇ ਤੇ ਗਲੂਕੋਜ਼ ਦੇ। ਮਤਲਬ ਕਿ ਸਾਨੂੰ ਦੋਨਾਂ ਦੇ ਮੋਲਸ ਚਾਹੀਦੇ ਆ। ਹੁਣ ਸਾਨੂੰ ਮੋਲ ਕੱਢਣੇ ਪੈਣਗੇ ਤਾਂ ਅਸੀਂ ਮੋਲ ਫ੍ਰੈਕਸ਼ਨ ਕੱਢ ਸਕਾਂਗੇ। ਹੁਣ ਆਪਾਂ ਨੰਬਰ ਆਫ ਮੋਲਸ ਕੱਢਦੇ ਹਾਂ। ਪਹਿਲਾਂ ਅਸੀਂ ਕੱਢਦੇ ਹਾਂ ਸੋਲਿਊਟ ਦੇ ਨੰਬਰ ਆਫ ਮੋਲਸ। ਇਹ ਸੋਲਿਊਟ ਕੌਣ ਹੈ, ਗਲੂਕੋਜ਼। ਗਲੂਕੋਜ਼ ਦੇ ਨੰਬਰ ਆਫ ਮੋਲਸ ਕਿਵੇਂ ਆਉਣਗੇ ਬੇਟੇ, ਗਿਵਨ ਮਾਸ ਡਿਵਾਈਡਡ ਬਾਈ ਮੋਲਰ ਮਾਸ। ਗਿਵਨ ਮਾਸ ਕਿੰਨਾ ਹੈ 10 ਗ੍ਰਾਮਸ, ਆਪਾਂ ਮਾਸ ਕੱਢਿਆ। ਹੁਣ ਮਾਸ ਆਫ ਗਲੂਕੋਜ਼ ਇਜ਼ 10 ਗ੍ਰਾਮਸ ਡਿਵਾਈਡਡ ਬਾਈ ਮੋਲਰ ਮਾਸ ਆਫ ਗਲੂਕੋਜ਼ ਆਪਾਂ ਕੈਲਕੂਲੇਟ ਕੀਤਾ 180। ਠੀਕ ਹੈ, ਤਾਂ ਇਹ ਆ ਗਿਆ NB ਦੀ, ਇਹ ਕਿਹਾ 0.055। ਇਹ ਆ ਗਿਆ ਨੰਬਰ ਆਫ ਮੋਲਸ ਆਫ ਗਲੂਕੋਜ਼। ਠੀਕ ਹੈ, ਹੁਣ ਆਪਾਂ ਕੱਢ ਲਏ ਵਾਟਰ ਦੇ। ਵਾਟਰ ਦਾ ਮਾਸ ਕਿੰਨਾ ਹੈ ਬੇਟੇ 90 ਗ੍ਰਾਮਸ ਡਿਵਾਈਡਡ ਬਾਈ ਮੋਲਰ ਮਾਸ ਆਫ ਵਾਟਰ ਕਿੰਨਾ ਹੈ 18 ਗ੍ਰਾਮਸ। ਤਾਂ ਇਹ ਕੀ ਆ ਗਿਆ ਬੇਟੇ 5। ਤਾਂ ਨੰਬਰ ਆਫ ਮੋਲਸ ਆਫ ਇਹ ਕਿਹਦੇ ਹੈ, ਇਹ ਗਲੂਕੋਜ਼ ਦੇ ਹੈ, ਇਹ ਕਿਹਦੇ ਹੈ ਬੇਟੇ ਵਾਟਰ ਦੇ। ਠੀਕ ਹੈ, ਹੁਣ ਤੁਹਾਡੇ ਕੋਲ ਇਹ 5 ਗ੍ਰਾਮਸ ਆ ਗਈ। ਹੁਣ ਆਪਾਂ ਕੀ ਕਿਹਾ XA ਤੇ XB ਕੱਢਾਂਗੇ। ਹੁਣ XB ਆ ਗਿਆ ਨੰਬਰ ਆਫ ਮੋਲਸ ਆਫ ਸੋਲਿਊਟ ਡਿਵਾਈਡਡ ਬਾਈ ਨੰਬਰ ਆਫ ਮੋਲਸ ਆਫ ਸੋਲਵੈਂਟ ਪਲੱਸ ਨੰਬਰ ਆਫ ਮੋਲਸ ਆਫ ਸੋਲਿਊਟ। ਤਾਂ ਕਿੰਨੇ ਆ ਗਏ 0.010। ਇਸੇ ਤਰ੍ਹਾਂ ਅਸੀਂ XA ਦੇ ਕੱਢ ਲਏ ਨੰਬਰ ਆਫ ਮੋਲਸ ਆਫ ਸੋਲਵੈਂਟ ਡਿਵਾਈਡਡ ਬਾਈ ਨੰਬਰ ਆਫ ਮੋਲਸ ਆਫ ਸੋਲਵੈਂਟ ਪਲੱਸ ਨੰਬਰ ਆਫ ਮੋਲਸ ਆਫ ਸੋਲਿਊਟ। ਤਾਂ ਇਹ ਕਿੰਨੇ ਆ ਗਏ ਇੰਨੇ। ਹੁਣ ਬੇਟੇ ਜੇ ਆਪਾਂ 1 ਮੋਲਸ ਕੱਢ ਲਏ, ਸਪੋਜ਼ ਕਰੋ XB ਦੇ ਅਸੀਂ ਕੱਢ ਲਏ, ਤਾਂ ਇਹਨੂੰ ਅਸੀਂ ਇੱਦਾਂ ਕੱਢਣ ਦੀ ਬਜਾਏ ਅਸੀਂ 1 ਚੋਂ ਮਾਈਨਸ ਵੀ ਕਰ ਸਕਦੇ ਹਾਂ, ਕਿਉਂਕਿ ਟੋਟਲ ਫ੍ਰੈਕਸ਼ਨ ਹੈ ਜਿਹੜੀ ਉਹ ਕਿੰਨੀ ਹੁੰਦੀ ਹੈ 1 ਹੈ। ਤਾਂ ਔਰ XA ਇਜ਼ ਇਕੁਅਲ ਟੂ 1 ਮਾਈਨਸ XB। 1 ਚੋਂ ਇਹਦੇ ਮੋਲਸ ਘਟਾ ਦਿਓ ਤੁਸੀਂ, ਤਾਂ ਕੀ ਆ ਗਿਆ 0.99। ਤਾਂ 989 ਨੂੰ ਆਪਾਂ 99 ਵੀ ਲਿਖ ਸਕਦੇ ਹਾਂ। ਤਾਂ ਇਹ ਕੀ ਆ ਗਿਆ 0.99। ਇਹ ਮੋਲਸ ਕਿਹਦੀ ਆ ਗਈ ਵਾਟਰ ਦੀ, ਮੋਲ ਫ੍ਰੈਕਸ਼ਨ ਕਿਹਦੀ ਆ ਗਈ ਵਾਟਰ ਦੀ। ਤਾਂ ਤੁਸੀਂ ਇੱਕ ਕੈਲਕੂਲੇਟ ਕਰ ਦਿਓ, ਮਾਈਨਸ ਚੋਂ ਕਰ ਦਿਓ, 1 ਚੋਂ ਘਟਾ ਦਿਓ, ਜਾਂ ਤੁਸੀਂ ਦੋਨਾਂ ਦੇ ਇੱਦਾਂ ਵੀ ਕੈਲਕੂਲੇਟ ਕਰ ਸਕਦੇ ਹੋ। ਠੀਕ ਹੈ, ਜਿਹੜੀ ਮੋਲ ਫ੍ਰੈਕਸ਼ਨ ਹੈ ਬੇਟੇ ਉਹ ਟੈਂਪਰੇਚਰ ਇੰਡੀਪੈਂਡੈਂਟ ਹੈ, ਟੈਂਪਰੇਚਰ 'ਤੇ ਡਿਪੈਂਡ ਨਹੀਂ ਕਰਦੀ। ਮਤਲਬ ਕੀ ਹੈ, ਜੇ ਅਸੀਂ ਇਸ ਮੈਥਡ ਦੇ ਨਾਲ ਕੈਲਕੂਲੇਟ ਕਰਨਾ, ਮੋਲ ਫ੍ਰੈਕਸ਼ਨ ਦੇ ਮੈਥਡ ਦੇ ਨਾਲ ਅਸੀਂ ਸੋਲਿਊਸ਼ਨ ਦੇ ਕੰਪੋਨੈਂਟ ਨੂੰ ਦੱਸਣਾ ਹੋਵੇ ਨਾ ਵੀ ਕਿੰਨੀ ਅਮਾਊਂਟ ਪ੍ਰੈਜ਼ੈਂਟ ਹੈ, ਤਾਂ ਉਹਨੂੰ ਅਸੀਂ ਮਾਸ ਦੇ ਵਿੱਚ ਲੈਂਦੇ ਹਾਂ। ਕਿਤੇ ਵੀ ਸਾਨੂੰ ਵੋਲਿਊਮ ਨਹੀਂ ਆਇਆ, ਇਹਦੇ ਵਿੱਚ ਸਾਰੇ ਮਾਸਿਸ ਹੈ। ਸੋਲਵੈਂਟ ਦਾ ਵੀ ਮਾਸ ਹੈ, ਸੋਲਿਊਟ ਦਾ ਵੀ ਮਾਸ ਹੈ। ਇਸ ਕਰਕੇ ਮਾਸ ਹੈ ਜਿਹੜਾ ਉਹ ਕੀ ਹੁੰਦਾ ਇੰਡੀਪੈਂਡੈਂਟ ਆਫ ਟੈਂਪਰੇਚਰ। ਟੈਂਪਰੇਚਰ ਦਾ ਕੋਈ ਇਫੈਕਟ ਨਹੀਂ ਹੁੰਦਾ ਮਾਸ ਦੇ ਉੱਤੇ, ਕੋਈ ਚੇਂਜ ਨਹੀਂ ਆਉਂਦੀ ਮਾਸ ਦੇ ਵਿੱਚ। ਇਸ ਕਰਕੇ ਆਪਾਂ ਕੀ ਕਹਿੰਦੇ ਹਾਂ ਕਿ ਮੋਲ ਫ੍ਰੈਕਸ਼ਨ ਇਜ਼ ਇੰਡੀਪੈਂਡੈਂਟ ਆਫ ਟੈਂਪਰੇਚਰ। ਕਈ ਵਾਰ ਤੁਹਾਨੂੰ ਪੁੱਛ ਲੈਂਦੇ ਆ ਕਿ ਟੈਂਪਰੇਚਰ ਦਾ ਕੀ ਇਫੈਕਟ ਪਏਗਾ ਇਹਦੇ 'ਤੇ, ਤਾਂ ਇਹਦੇ 'ਤੇ ਕੋਈ ਇਫੈਕਟ ਨਹੀਂ ਪਏਗਾ। ਠੀਕ ਹੈ, ਤਾਂ ਇਹ ਆ ਗਿਆ ਤੁਹਾਡੇ ਕੋਲੇ ਮੈਥਡ ਜਿਹੜਾ ਮੋਲ ਫ੍ਰੈਕਸ਼ਨ। ਬਟ ਇਹ ਸਾਰੇ ਕੰਪੋਨੈਂਟਸ ਦੀ ਜਿਹੜੀ ਮੋਲ ਫ੍ਰੈਕਸ਼ਨ ਹੈ ਉਹ 1 ਹਮੇਸ਼ਾ ਕਿਉਂ ਹੁੰਦੀ ਹੈ,
ਜਿਵੇਂ ਆਪਾਂ ਛੋਟੀ ਜਿਹੀ ਐਗਜ਼ਾਮਪਲ ਕਰੀਏ, ਜਿਵੇਂ ਆਪਾਂ ਇੱਕ ਕੋਈ ਪੀਸ ਲੈ ਲਿਆ ਕਿਸੇ ਚੀਜ਼ ਦਾ, ਸਪੋਜ਼ ਕਰੋ ਆਪਾਂ ਇੱਕ ਬਿਸਕਿਟ ਹੀ ਲੈ ਲਿਆ, ਉਹਨੂੰ ਆਪਾਂ 2 ਜਣਿਆਂ 'ਚ ਵੀ ਵੰਡ ਸਕਦੇ ਹਾਂ, 3 'ਚ ਵੀ ਵੰਡ ਸਕਦੇ ਹਾਂ, 4 'ਚ ਵੀ ਵੰਡ ਸਕਦੇ ਹਾਂ, ਜਿੰਨਾ ਮਰਜ਼ੀ ਹਿੱਸਾ ਉਹਨਾਂ ਨੂੰ ਦੇ ਦਿਓ। ਚੀਜ਼ ਤਾਂ ਇੱਕੋ ਹੀ ਸੀ ਨਾ, ਬਿਸਕਿਟ ਤਾਂ ਉਹ ਇੱਕ ਹੀ ਸੀ ਨਾ, ਉਹਦੇ ਅਸੀਂ ਛੋਟੇ ਛੋਟੇ ਪਾਰਟ ਕਰਕੇ ਦੇਤੇ, ਉਹ ਉਹਨੀਆਂ ਫ੍ਰੈਕਸ਼ਨਸ ਹੋ ਗਈਆਂ। ਫਿਰ ਆਪਾਂ ਕਿਹਾ ਕਿ ਉਹਨਾਂ ਨੂੰ ਇਕੱਠੇ ਕਰ ਲਓ ਸਾਰੀਆਂ ਫ੍ਰੈਕਸ਼ਨਸ ਨੂੰ, ਤਾਂ ਆਪਾਂ ਕੀ ਕਰਾਂਗੇ, ਸਾਰੀਆਂ ਫ੍ਰੈਕਸ਼ਨਸ ਨੂੰ ਜੋੜ ਦਾਂਗੇ, ਤਾਂ ਫਿਰ ਕੀ ਬਣ ਜਾਏਗਾ, ਫਿਰ ਇੱਕ ਬਣ ਜਾਏਗਾ। ਤਾਂ ਇੱਕ ਪਾਰਟ ਦੇ ਵਿੱਚੋਂ ਕਿੰਨੀਆਂ ਫ੍ਰੈਕਸ਼ਨਸ ਹੈ, ਉਹਨੂੰ ਹੀ ਆਪਾਂ ਕੀ ਕਹਿੰਦੇ ਆ, ਮੋਲ।